ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਬਚਿੰਤ ਕੌਰ ਜੀ ਦੀ ਲਿਖੀ ਹੋਈ ਕਹਾਣੀ ਚਿਤਕਬਰੇ ਘੋੜੇ ਦਾ ਸਵਾਰ। ਹੁਣ ਉਸਦੇ ਸਾਹਮਣੇ ਉੱਤਰ ਦਿਸ਼ਾ ਸੀ ਤੇ ਦੂਰ ਸਮੁੰਦਰ ਵਿੱਚ ਲਟਕਦੇ ਸੂਰਜ ਦਾ ਲਾਲ ਗੋਲਾ ਜੋ ਪਲੋ ਪਲੀ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਉਤਰਦਾ ਜਾ ਰਿਹਾ ਸੀ। ਦਿਨ ਰਾਤ ਦੇ ਚਿਤਕਬਰੇ ਘੋੜੇ ਦਾ ਇਹ ਸਵਾਰ ਅਣਜਾਣੇ ਹੀ ਪੂਰਬ ਦਿਸ਼ਾ ਨੂੰ ਕਦੋਂ ਦਾ ਕਿਧਰੇ ਪਿੱਛੇ ਛੱਡ ਆਇਆ ਸੀ। ਮੈਂ ਕਿੱਥੇ ਆ ਗਿਆ ਹਾਂ? ਕਿੱਥੋਂ ਤੁਰਿਆ ਸੀ ਮੈਂ? ਕਿਸ ਵਣਜ ਦਾ ਸੌਦਾਗਰ ਹਾਂ? ਚਾਣਚੱਕ ਸੋਚਾਂ ਦਾ ਇੱਕ ਗੋਲਾ ਕਿੰਨੇ ਹੀ ਪ੍ਰਸ਼ਨ ਚਿੰਨ੍ਹ ਬਣ ਕੇ ਉਸਦੇ ਮੱਥੇ ਵਿੱਚ ਸੱਜੇ ਪਾਸਿਓਂ ਇਉਂ ਉੱਤਰ ਆਇਆ ਜਿਵੇਂ ਕਿਸੇ ਨੇ ਉਸਦੇ ਮੱਥੇ ਵਿੱਚ ਇੱਟ ਮਾਰ ਦਿੱਤੀ ਹੋਵੇ। ਘੋੜਾ ਪਿਛਲੇ ਪੈਰਾਂ ਨਾਲ ਦੁਲੱਤੀ ਮਾਰਦਾ ਹਿਣਹਿਣਾਇਆ ਜਿਵੇਂ ਸਵਾਰ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਉਹ ਆਪ ਹੀ ਹੋਵੇ। ਘੋੜ ਸਵਾਰ ਨੇ ਘੋੜੇ ਦੀਆਂ ਵਾਂਗਾਂ ਸੰਭਾਲਦਿਆਂ ਆਪਣੇ ਹੱਥਾਂ ਉੱਤੇ ਟਸ-ਟਸ ਕਰਦੀ ਸੱਟ ਉੱਪਰੋਂ ਘਬਰਾਹਟ ਦੀਆਂ ਬੂੰਦਾਂ ਪੂੰਝਣ ਲਈ ਆਪਣੀ ਕਾਲੀ ਟੋਪੀ ਸਿਰ ਤੋਂ ਉਤਾਰੀ ਜੋ ਚੁਬਾਰੇ ਦੇ ਛੱਜੇ ਵਾਂਗ ਉਸਦੇ ਮੱਥੇ ਦੇ ਬਾਹਰ ਤੱਕ ਵਧੀ ਹੋਈ ਸੀ ਤੇ ਉਸਨੂੰ ਦੇਖਦਿਆਂ ਹੀ ਰਕਾਬਾਂ ਵਿੱਚ ਪਏ ਉਸਦੇ ਦੋਵੇਂ ਪੈਰ ਥਰ-ਥਰ ਕੰਬਣ ਲੱਗ ਪਏ। ਚਾਂਦੀ ਰੰਗੀਆਂ ਤਾਰਾਂ, ਇਹ ਕਦੋਂ ਤੋਂ? ਘੋੜ ਸਵਾਰ ਦੇ ਚੌਹੀ ਪਾਸੇ ਫੈਲਦਾ ਉੱਤਰ ਦਿਸ਼ਾ ਦਾ ਸੁਰਮਈ ਹਨੇਰਾ ਜਿਵੇਂ ਹੋਰ ਗੂੜਾ ਹੋ ਗਿਆ ਸੀ। ਘੋੜ ਸਵਾਰ ਨੇ ਆਪਣੇ ਹੱਥਾਂ ਵਿੱਚ ਫੜੀਆਂ ਸਮੇਂ ਦੇ ਘੋੜੇ ਦੀਆਂ ਲਗਾਮਾਂ ਨੂੰ ਮਾੜਾ ਜਿਹਾ ਢਿੱਲਾ ਛੱਡਿਆ। ਝੱਟ ਉਸਦੇ ਮੱਥੇ ਵਿੱਚੋਂ ਉੱਠਦੀ ਬਿਜਲੀ ਦੇ ਕਰੰਟ ਵਰਗੀ ਇੱਕ ਚਿੰਗਾਰੀ ਜਿਹੀ ਉਸਦੇ ਸੀਨੇ ਵਿੱਚੋਂ ਆਰ-ਪਾਰ ਹੋ ਕੇ ਰਹਿ ਗਈ ਤੇ ਹੁਣ ਘੋੜ ਸਵਾਰ ਥਾਂ ਦੀ ਥਾਂ ਠਠੰਬਰ ਜਿਹਾ ਗਿਆ ਸੀ। ਸੰਝ ਵੇਲਾ 70-75 ਵਰ੍ਹਿਆਂ ਦਾ ਇੱਕ ਲੰਬਾ ਸਫ਼ਰ ਉਹ ਕਦੋਂ ਦਾ ਤੈਅ ਕਰ ਚੁੱਕਿਆ ਸੀ ਤੇ ਘੋੜਾ ਆਪਣੇ ਸਵਾਰ ਨੂੰ ਆਪਣੀ ਪਿੱਠ ਉੱਤੇ ਲੱਦੀ ਅਜੇ ਵੀ ਨਿਰੰਤਰ ਇੱਕੋ ਚਾਲ ਤੁਰਿਆ ਆ ਰਿਹਾ ਸੀ। ਪਰ ਘੋੜ ਸਵਾਰ ਨੂੰ ਲੱਗਦਾ ਕਿ ਉਸਦਾ ਇਹ ਚਿਤਕਬਰਾ ਘੋੜਾ ਬੜੇ ਹੀ ਅੜਬ ਸੁਭਾਅ ਦਾ ਤੇ ਬੜਾ ਹੀ ਅੱਥਰਿਆ ਹੋਇਆ ਹੈ ਜੋ ਕਦੇ-ਕਦੇ ਤਾਂ ਬੁਰੀ ਤਰ੍ਹਾਂ ਅੜ ਕੇ ਖੜੋ ਜਾਂਦਾ ਹੈ ਤੇ ਕਿਤੇ-ਕਿਤੇ ਆਪਣੀ ਹੀ ਖਰਮਸਤੀ ਵਿੱਚ ਧਰਤੀ ਪੁੱਟਣ ਲੱਗਦਾ ਹੈ। ਆਪਣੇ ਮੱਥੇ ਦੀ ਸੱਟ ਨੂੰ ਖੱਬੇ ਹੱਥ ਦੀਆਂ ਪੰਜੇ ਉਂਗਲਾਂ ਨਾਲ ਕੋਖਦਿਆਂ ਘੋੜ ਸਵਾਰ ਨੇ ਘੋੜੇ ਦੀਆਂ ਵਾਂਗਾਂ ਜ਼ੋਰ ਨਾਲ ਖਿੱਚੀਆਂ ਤੇ ਰਕਾਬ ਵਿੱਚ ਜਕੜਿਆ ਆਪਣਾ ਸੱਜਾ ਪੈਰ ਪੂਰੇ ਜ਼ੋਰ ਨਾਲ ਘੋੜੇ ਦੀ ਬੱਖੀ ਵਿੱਚ ਖਵੋ ਦਿੱਤਾ। ਘੋੜਾ ਆਪਣੇ ਸਵਾਰ ਦੀ ਇਸ ਬੇਰੁਖੀ ਨੂੰ ਮੁੱਢੋਂ ਹੀ ਜਾਣਦਾ ਸੀ ਤੇ ਉਸਦੀ ਉਮਰ ਦੇ ਲੰਬੇ ਬੇਅਰਥ ਜੀਵਨ ਦੀ ਵਾਟ ਤੋਂ ਚੱਪਾ-ਚੱਪਾ ਵਾਕਫ ਸੀ। ਘੋੜਾ ਹਿਣਹਿਣਾਇਆ ਜਿਵੇਂ ਉਹ ਇੱਕ ਵਿਅੰਗ ਭਰੀ ਹਾਸੀ ਹੱਸਿਆ ਹੋਵੇ ਤੇ ਫਿਰ ਉਹ ਸਵਾਰ ਦੀ ਬੇਬਸੀ ਦੇਖ ਆਪਣੇ ਖੁਰਾਂ ਨਾਲ ਉਸਦੇ ਸਫ਼ਰ ਦੀ ਮਿੱਟੀ ਮਿੱਧਦਾ ਵਾਹੋ ਵਦਾਹੀ ਆਪਣੀ ਚਾਲੇ ਤੁਰਨ ਲੱਗਿਆ। ਦਿਨ ਤੇ ਰਾਤ ਦਾ ਇਹ ਚਿੱਟਾ ਕਾਲਾ ਘੋੜਾ ਮਨੁੱਖ ਦੀ ਇਸ ਫਿਤਰਤ ਨੂੰ ਭਲੀ ਭਾਂਤ ਸਮਝਦਾ ਸੀ ਕਿ ਜੋ ਮਨੁੱਖ ਆਪ ਕੁਝ ਨਹੀਂ ਕਰਦਾ ਉਹ ਦੂਜਿਆਂ ਦੀ ਵੱਖੀ ਵਿੱਚ ਹੁੱਜਾ ਖਵਾਉਣ ਲੱਗਦਾ ਹੈ। ਇਸ ਸਵਾਰ ਨੇ ਤਾਂ ਅਜੇ ਤੱਕ ਵੀ ਆਪਣੇ ਜੀਵਨ ਦਾ ਕੋਈ ਟੀਚਾ ਜਾਂ ਆਪਣੀ ਕੋਈ ਮੰਜ਼ਿਲ ਮਿਥੀ ਹੀ ਨਹੀਂ ਸੀ। ਫਿਰ ਮੰਜ਼ਿਲ ਦਾ ਕੋਈ ਥਾਂ ਪਤਾ ਕਿਵੇਂ ਪਤਾ ਲੱਗੇ? ਰਸਤਾ ਧੁੰਦਲਾ ਤੇ ਸਫ਼ਰ ਹੋਰ ਵੀ ਕਠਿਨ ਹੁੰਦਾ ਜਾ ਰਿਹਾ ਸੀ। ਅਣਜਾਣੇ ਬੇਥੌਂਹੇ ਰਾਹਾਂ ਉੱਤੇ ਤੁਰਦੇ ਘੋੜ ਸਵਾਰ ਦਾ ਮੱਥਾ ਸੋਚਾਂ ਦੀਆਂ ਤਿੱਖੀਆਂ ਤਾਰਾਂ ਨੇ ਬੁਰੀ ਤਰ੍ਹਾਂ ਪੋਟਾ-ਪੋਟਾ ਵਿੰਨ੍ਹ ਰੱਖਿਆ ਸੀ। ਉਸਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਕਿ ਵਕਤ ਦਾ ਇਹ ਚਿਤਕਬਰਾ ਘੋੜਾ ਉਸਨੂੰ ਕਿੱਧਰ ਲਈ ਤੁਰਿਆ ਜਾ ਰਿਹਾ ਹੈ। ਕਿੱਥੋਂ ਤੁਰਿਆ ਸੀ ਮੈਂ? ਉਸਦੀਆਂ ਸੋਚਾਂ ਦੀਆਂ ਉਲਝੀਆਂ ਤੰਦਾਂ ਦਾ ਇੱਕ ਸਿਰਾ ਸੁੱਤੇ ਸਿੱਧ ਦੂਰ ਪਿੱਛੇ ਪੂਰਬ ਦਿਸ਼ਾ ਵਿੱਚ ਉਸਦੇ ਪਿਛੋਕੜ ਨਾਲ ਅਚਾਨਕ ਹੀ ਆ ਜੁੜਿਆ ਸੀ। ਉਸਦਾ ਘਰ, ਉਸਦੇ ਬੀਬੀ ਬੱਚੇ, ਉਹ ਤੇ ਹੁਣ ਉਹਨਾਂ ਦਾ ਆਪਣਾ ਸੰਸਾਰ, ਉਸਦੇ ਮਾਪੇ, ਉਸਦਾ ਮੁੱਢ, ਉਹ ਤਾਂ ਕਦੋਂ ਦੇ ਖਾਕ ਦੀ ਢੇਰੀ ਹੋ ਚੁੱਕੇ ਸਨ। ਘੋੜ ਸਵਾਰ ਦੇ ਸੀਨੇ ਵਿੱਚ ਯਾਦਾਂ ਦੀ ਇੱਕ ਚਿਖਾ ਜਿਹੀ ਮੱਗ ਉੱਠੀ। ਇੱਕ ਮਗਦ-ਮਗਦਾ ਸੇਕ ਉਸਦੇ ਦਿਲ ਵਿੱਚੋਂ ਉੱਠ-ਉੱਠ ਕੇ ਉਸਦੇ ਮੱਥੇ ਨੂੰ ਲੂਹਣ ਲੱਗਿਆ। ਡੰਗਰਾਂ ਦੀ ਇੱਕ ਕੱਚੀ ਜਿਹੀ ਹਨੇਰੀ ਕੋਠੜੀ ਵਿੱਚ ਲੰਬੀ ਜਿਹੀ ਪਸ਼ੂਆਂ ਨੂੰ ਕੱਖ ਪਾਉਣ ਵਾਲੀ ਖੁਰਲੀ ਕੋਲ ਡਾਹਿਆ ਮਾਂ ਦਾ ਮੰਜਾ, ਉੱਤੋਂ ਮਾਘ ਮਹੀਨੇ ਦੀ ਠੁਰ-ਠੁਰ ਕਰਦੀ ਕੱਕਰ ਮਾਰੀ ਰਾਤ, ਜੰਮਣ ਘੜੀ, ਸੁਬਹ ਸਵੇਰੇ ਤੜਕੇ ਦੇ ਪਹੁ-ਫੁਠਾਲੇ ਜਿਹੇ ਸਮੇਂ ਜਦੋਂ ਘਰਾਂ ਵਿੱਚੋਂ ਪਾਲੀ ਇੱਕ-ਇੱਕ ਕਰਕੇ ਸਾਰੇ ਡੰਗਰ-ਵੱਛਾ ਆਪਣੇ ਚੌਣੇ ਨਾਲ ਰਲਾਉਂਦੇ ਹਨ। ਚੌਣਾ, ਹਾਂ ਚੌਣਾ, ਇਹ ਦੁਨੀਆ ਚਾਰ ਖੁੱਟੀ ਇੱਕ ਵੱਡਾ ਚੌਣਾ। ਉਸਦੀ ਮਾਂ ਜਦੋਂ ਨਿੱਕੇ-ਨਿੱਕੇ 6-7
ਭੈਣ ਭਾਈਆਂ ਨਾਲ ਸਿਰ ਖਪਾਉਂਦੀ ਬਹੁਤੀ ਹੀ ਤੱਪ ਜਾਂਦੀ ਤਾਂ ਉਹ ਅੱਕ ਕੇ ਆਪਣੇ ਮੱਥੇ ਉੱਤੇ ਹੱਥ ਮਾਰਦੀ, ਖਿੱਚ ਕੇ ਸਾਰਿਆਂ ਨੂੰ ਝਿੜਕਦੀ, ਇਹੀ ਬੋਲ ਬੋਲਦੀ, ਇਸ ਚੋਣੇ ਨੇ ਖਾ ਲਈ। ਚੌਣਾ ਉਸਦੀ ਜਨਨੀ ਦੇ ਅਣਗਿਣਤ ਵਾਰੀ ਕਹੇ ਇਹ ਬੋਲ ਅਚੇਤ ਹੀ ਉਸਦੇ ਮਨ ਵਿੱਚੋਂ ਉੱਭਰ ਕੇ ਉਸਦੇ ਕੰਨਾਂ ਵਿੱਚ ਗੂੰਜ ਉੱਠੇ। ਫਿਰ ਇੱਕ ਪਿੱਛੋਂ ਦੂਜੀ ਪਿੱਛੋਂ ਤੀਜੀ ਯਾਦ ਦੀ ਤੰਦ ਫੜਦਾ ਉਹ ਪਿੱਛੇ ਕਿੰਨੀ ਦੂਰ ਤੱਕ ਪੂਰਬ ਦਿਸ਼ਾ ਦੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਦਾ ਨਿੱਘ ਮਾਣਦਾ ਅਚਾਨਕ ਹੀ ਆਪਣੇ ਫੌਜੀ ਦੀ ਵੱਡੀ ਸਾਰੀ ਜੇਬ ਵਿਚਲੀ ਨਿੱਕੀ ਜਿਹੀ ਲਾਲ ਡਾਇਰੀ ਦਾ ਅਨਭੋਲ ਹੀ ਇੱਕ ਪੰਨਾ ਫੋਲ ਬੈਠਾ। ਪਹਿਲੀ 1914 ਦੀ ਲੱਗੀ ਵੱਡੀ ਲਾਮ, ਦਿਨ ਸੋਮਵਾਰ, ਮਾਘ ਮਹੀਨੇ ਦੀ ਸੱਤੋਂ। ਹਾਂ, ਇਸੇ ਦਿਨ ਉਸਦੇ ਪਿਓ ਦੇ ਵਿਹੜੇ ਇੱਕ ਚੰਬਾ ਖਿੜਿਆ ਸੀ, ਪਰ ਚੰਬੇ ਦੀ ਖੁਸ਼ਬੂ ਨੂੰ ਉਸਨੇ ਇੱਕ ਪਾਤੀ ਰਾਹੀਂ ਹੀ ਮਾਣਿਆ ਸੀ, ਕਿਉਂਕਿ ਉਹ ਆਪ ਤਾਂ ਸੰਸਾਰ ਭਰ ਵਿੱਚ ਛਿੜੀ ਪਹਿਲੀ ਵੱਡੀ ਲਾਮ ਸਮੇਂ ਦੇਸ਼ ਦੀ ਸਰਹੱਦ ਉੱਤੇ ਇੱਕ ਜਵਾਨ ਸਿਪਾਹੀ ਦੀ ਡਿਊਟੀ ਦੇ ਰਿਹਾ ਸੀ। ਘੋੜਸਵਾਰ ਨੇ ਭੁੱਲੀਆਂ ਵਿਸਰੀਆਂ ਯਾਦਾਂ ਦੀ ਇੱਕ ਧੁੰਦ ਜਿਹੀ ਵਿੱਚੋਂ ਆਪਣੇ ਜੀਵਨ ਇਤਿਹਾਸ ਦੇ ਕਈ ਪੰਨੇ ਪਿਛਾਂਹ ਨੂੰ ਪਲਟੇ। ਉੱਥੋਂ ਪੂਰਬ ਦਿਸ਼ਾ ਤੋਂ ਇੱਥੇ ਉੱਤਰ ਦਿਸ਼ਾ ਤੱਕ ਜੀਵਨ ਪੈਡੇ ਤੇ ਭਖੜੇ ਭਰੇ ਰਾਹਾਂ ਦਾ ਰੇਤਾ ਫੱਕਦਾ। ਉਹ ਕਦੋਂ ਇਸ ਉੱਤਰੀ ਤੱਟ ਉੱਤੇ ਆ ਪਹੁੰਚਿਆ ਸੀ, ਉਸਨੂੰ ਪਤਾ ਨਹੀਂ ਸੀ ਲੱਗਿਆ। ਜੀਵਨ ਸਮੁੰਦਰ ਦਾ ਉੱਤਰੀ ਤੱਟ ਘੋੜਸਵਾਰ ਬੌਂਦਲ ਜਿਹਾ ਗਿਆ ਸੀ। ਚਾਰੋਂ ਤਰਫ ਖਾਲੀ ਖਲਾਅ ਵਿੱਚ ਝਾਕਦਿਆਂ ਉਸਨੇ ਆਪਣੀ ਕਾਲੀ ਟੋਪੀ ਨੂੰ ਖੱਬੇ ਹੱਥ ਨਾਲ ਸਿਰ ਤੋਂ ਉਤਾਰਿਆ, ਉਸਨੂੰ ਨੀਚ ਲਾ ਕੇ ਤੱਕਿਆ। ਕਾਲੀ ਟੋਪੀ ਤਾਂ ਸਾਰੀ ਦੀ ਸਾਰੀ ਹੁਣ ਬਰਫ਼ ਰੰਗੀ ਹੋਈ ਪਈ ਸੀ। ਦੇਖਦਿਆਂ ਸਾਰ ਘੋੜਸਵਾਰ ਦੇ ਜਿਸਮ ਵਿੱਚੋਂ ਜਿਵੇਂ ਸੱਤਿਆ ਇੱਕੋ ਵਾਰੀ ਸੂਤੀ ਗਈ। ਉਸਦੀਆਂ ਨਾੜਾਂ ਦਾ ਲਹੂ ਥਾਂ ਦੀ ਥਾਂ ਜੰਮ ਕੇ ਰਹਿ ਗਿਆ। ਚਿਤਕਬਰਾ ਘੋੜਾ ਆਪਣੇ ਦੋਵੇਂ ਨਥਨਿਆਂ ਨੂੰ ਫੁੰਕਾਰਦਾ ਇੱਕ ਵਾਰੀ ਫਿਰ ਹਿਣਹਿਣਾਇਆ। ਬਸ ਹੱਡ ਮਾਸ ਵਿੱਚੋਂ ਹੱਡ ਮਾਸ ਦੇ ਪੁਤਲਿਆਂ ਦੀ ਫਸਲ ਉਗਾਉਣਾ ਹੀ ਮਨੁੱਖ ਦਾ ਇੱਕਮਾਤਰ ਕਰਮ ਹੈ, ਜਾਂ ਫਿਰ ਮਹਿਲ ਮਾੜੀਆਂ ਦੀ ਆਖਿਆ। ਹੁਣ ਤੀਸਰਾ ਪ੍ਰਸ਼ਨ ਉਸਦੇ ਜ਼ਿਹਨ ਵਿੱਚ ਅੱਗ ਦੇ ਭਬੂਕੇ ਵਾਂਗ ਉੱਠਿਆ। ਕਿਸ ਵਣਜ ਦਾ ਸੌਦਾਗਰ ਹਾਂ ਮੈਂ? ਪਰ ਸਭ ਕੁਝ ਬੁੱਝਿਆ ਘੋੜਸਵਾਰ ਤਾਂ ਅਣਭੋਲ ਹੀ ਆਪਣੀ ਮੰਜ਼ਲ ਤੋਂ ਬੇਖਬਰ ਜ਼ਿੰਦਗੀ ਦੇ ਉਗੜੇ ਦੁਗੜੇ ਰਾਹਾਂ ਵਿੱਚ ਭਟਕ ਗਿਆ ਸੀ। ਅਣਗਿਣਤ ਰੁੱਤਾਂ ਦੇ ਗੇੜਿਆਂ ਦੀ ਧੁੱਪ ਛਾਂ ਤੇ ਅੰਨੀਆਂ ਹਨੇਰੀਆਂ ਝੱਲਦਾ ਉਹ ਜੀਵਨ ਦੇ ਅਸਲੀ ਵਣਜ ਤੋਂ ਮੁੱਢੋਂ ਹੀ ਭਟਕ ਗਿਆ ਸੀ। ਸਾਹਮਣੇ ਸਮੁੰਦਰ ਵਿੱਚ ਲਹਿੰਦੀ ਸੂਰਜ ਦੀ ਟਿੱਕੀ ਹੁਣ ਆਪਣੇ ਆਪ ਵਿੱਚ ਸੁੰਗੜਦੀ ਹੋਈ ਮੱਕੀ ਦੀ ਰੋਟੀ ਜਿੰਨੀ ਰਹਿ ਗਈ ਸੀ, ਤੇ ਘੋੜਸਵਾਰ ਜੀਵਨ ਜੰਗਲ ਦੀਆਂ ਨਿੱਕੀਆਂ ਵੱਡੀਆਂ ਤਿੱਖੇ ਮੂੰਹਾਂ ਵਾਲੀਆਂ ਕੰਡਿਆਲੀਆਂ ਝਾੜੀਆਂ ਵਿੱਚ ਬੁਰੀ ਤਰ੍ਹਾਂ ਆ ਫਸਿਆ ਸੀ। ਉੱਤੋਂ ਆਕਾਸ਼ ਵਿੱਚ ਫੈਲੀ ਇੱਕ ਗਰਦ ਅਚਾਨਕ ਘਸਮੈਲੇ ਅੰਬਰ ਵਿੱਚ ਵਾਹੋ ਦਾਹੀ ਉੱਡਦੇ ਬੱਦਲਾਂ ਦਾ ਸੀਨਾ ਫਾੜ ਜ਼ੋਰਾਂ ਦੀ ਇੱਕ ਬਿਜਲੀ ਕੜਕੀ। ਘੋੜਸਵਾਰ ਭੈ ਨਾਲ ਕੰਬਿਆ ਤੇ ਉਸਨੇ ਇੱਕ ਸਹਿਮ ਤੇ ਬੇਬਸੀ ਜਿਹੀ ਵਿੱਚ ਵਕਤ ਦੇ ਚਿਤਕਬਰੇ ਘੋੜੇ ਦੇ ਸਮੁੱਚੇ ਪਿੰਡੇ ਨੂੰ ਛੇਤੀ ਨਾਲ ਆਪਣੇ ਕਲਾਵਿਆਂ ਵਿੱਚ ਭਰਨ ਦਾ ਇੱਕ ਤਰਲਾ ਜਿਹਾ ਲਿਆ। ਇੱਕ ਅਣਗੌਲਿਆ ਅਣਪਛਤਾਵਾ ਜਿਹਾ ਸੱਚ ਜੋ ਜੰਮਣ ਘੜੀ ਤੋਂ ਵੀ ਪਹਿਲਾਂ ਉਸਦੇ ਮੱਥੇ ਉੱਤੇ ਉੱਕਰ ਦਿੱਤਾ ਗਿਆ ਸੀ, ਹੁਣ ਘੋੜਸਵਾਰ ਦੇ ਸਾਹਮਣੇ ਆਸਕਾਰ ਹੋਇਆ ਸੀ। ਉਸਨੇ ਮੰਜ਼ਲ ਨੂੰ ਸਮਝਿਆ, ਵਿਚਾਰਿਆ ਤੇ ਰਸਤਾ ਭਾਲਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਉਸਦੇ ਆਪਣੇ ਵੱਸ ਕੁਝ ਵੀ ਨਹੀਂ ਸੀ। ਕਦੇ ਵਕਤ ਬੰਦੇ ਦੇ ਹੱਥਾਂ ਵਿੱਚ ਹੁੰਦਾ ਹੈ, ਕਦੇ ਬੰਦਾ ਵਕਤ ਦੇ ਹੱਥਾਂ ਵਿੱਚ। ਚਿਤਕਬਰਾ ਘੋੜਾ ਪਿਛਲੇ ਪੈਰੀ ਦੁਲੱਤੀ ਮਾਰਦਾ ਹੁਣ ਸਿੱਧਾ ਸਥਿਰ ਖੜਾ ਹੋ ਗਿਆ ਸੀ, ਤੇ ਉਸਨੇ ਆਪਣੇ ਖੁਰਾਂ ਨਾਲ ਮਿੱਟੀ ਪੁੱਟਦਿਆਂ ਆਪਣੀ ਪਿੱਠ ਉੱਤੇ ਲੱਦੇ ਭਾਰ ਨੂੰ ਇੱਕੋ ਝਟਕੇ ਨਾਲ ਪੁੰਜੇ ਪਟਕਾ ਮਾਰਿਆ ਸੀ। ਸਾਹਮਣੇ ਸਮੁੰਦਰ ਦੀ ਸਤ੍ਹਾ ਉੱਤੇ ਲਟਕਦੀ ਸੂਰਜ ਦੀ ਟਿੱਕੀ ਆਪੇ ਵਿੱਚ ਸਿਮਟਦੀ ਕਿਸੇ ਸੱਜਰੀ ਸਵੇਰ ਖਾਤਰ ਪਤਾ ਨਹੀਂ ਕਦੋਂ ਦੀ ਡੂੰਘੇ ਪਾਣੀਆਂ ਵਿੱਚ ਲੈ ਗਈ ਸੀ।